ਵਿਗਿਆਨ ਪੜ੍ਹਨ ਲਈ YouTube ਤੇ ਪ੍ਰਸਿੱਧ ਚੈਨਲ ਨੂੰ ਛੇਤੀ ਤੋਂ ਛੇਤੀ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਵੀਡੀਓਜ਼ ਦੀ ਇੰਟੀਮੇਸ਼ਨ ਲਈ। ਵਿਦਿਆਰਥੀਓ, ਸਵਾਗਤ ਹੈ ਤੁਹਾਡਾ। ਤੁਸੀਂ ਸਾਰੇ ਹੀ ਬੋਰਡ ਦੇ ਐਗਜ਼ਾਮਸ ਦੇ ਵਿੱਚੋਂ ਵਧੀਆ ਨੰਬਰ ਲੈਣਾ ਚਾਹੁੰਦੇ ਹੋਵੋਗੇ, ਸੋ ਇਸ ਲਈ ਹੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੁਝ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਾਂਗੇ ਜੋ ਕਿ ਆਧਾਰਿਤ ਹਨ ਧਾਤਾਂ ਅਤੇ ਤੇਜ਼ਾਬਾਂ ਦੀ ਕਿਰਿਆ ਦੇ ਉੱਪਰ। ਵਾਟ ਹੈਪਨਸ ਵੈਨ ਅ ਮੈਟਲ ਰਿਐਕਟਸ ਵਿਦ ਐਸਿਡ? ਕੀ ਤੁਹਾਨੂੰ ਪਤਾ ਹੈ ਕਿ ਜਦੋਂ ਇੱਕ ਧਾਤ ਤੇਜ਼ਾਬ ਨਾਲ ਕਿਰਿਆ ਕਰਦੀ ਹੈ ਤਾਂ ਕੀ ਹੁੰਦਾ ਹੈ? ਇਸ ਦਾ ਸਿੰਪਲ ਜਿਹਾ ਉੱਤਰ ਹੈ ਐਸਿਡ ਰਿਐਕਟ ਵਿਦ ਮੋਸਟ ਮੈਟਲਸ ਟੂ ਫਾਰਮ ਸਾਲਟ ਐਂਡ ਹਾਈਡਰੋਜਨ ਗੈਸ। ਐਸਿਡ ਜ਼ਿਆਦਾਤਰ ਧਾਤਾਂ ਨਾਲ ਮਿਲ ਕੇ ਲੂਣ ਅਤੇ ਹਾਈਡਰੋਜਨ ਗੈਸ ਪੈਦਾ ਕਰਦੇ ਹਨ। ਜੇ ਅਸੀਂ ਇਸ ਨੂੰ ਕੈਮੀਕਲ ਇਕੁਏਸ਼ਨ ਦੇ ਫਾਰਮ ਵਿੱਚ ਲਿਖਣਾ ਹੋਵੇ ਤਾਂ ਇਸ ਤਰ੍ਹਾਂ ਲਿਖਾਂਗੇ, ਮੈਟਲਸ ਪਲੱਸ ਐਸਿਡ ਗਿਵ ਸਾਲਟ ਪਲੱਸ ਹਾਈਡਰੋਜਨ, ਯਾਨੀ ਧਾਤਾਂ ਤੇਜ਼ਾਬ ਨਾਲ ਮਿਲ ਕੇ ਨਮਕ ਅਤੇ ਹਾਈਡਰੋਜਨ ਪੈਦਾ ਕਰਦੀਆਂ ਹਨ। ਇਸ ਇਕੁਏਸ਼ਨ ਨੂੰ ਸਮਝਣ ਲਈ ਆਓ ਅਸੀਂ ਇੱਕ ਧਾਤ ਦੀ ਤੇਜ਼ਾਬ ਨਾਲ ਕਿਰਿਆ ਕਰਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕੋਈ ਧਾਤ ਜਿਵੇਂ ਕਿ ਇੱਥੇ ਜ਼ਿੰਕ ਲਈ ਹੈ ਉਹ ਲਵਾਂਗੇ। ਪਰਖਨਲੀ ਵਿੱਚ ਹਾਈਡਰੋਕਲੋਰਿਕ ਤੇਜ਼ਾਬ ਪਾਇਆ ਹੋਇਆ ਹੈ। ਜਿਉਂ ਹੀ ਅਸੀਂ ਜ਼ਿੰਕ ਦੇ ਕੁਝ ਟੁਕੜੇ ਹਾਈਡਰੋਕਲੋਰਿਕ ਐਸਿਡ ਵਿੱਚ ਪਾਵਾਂਗੇ, ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ ਬਬਲਸ ਪੈਦਾ ਹੋਣੇ ਸ਼ੁਰੂ ਹੋ ਗਏ ਹਨ, ਯਾਨੀ ਕਿ ਕਿਰਿਆ ਹੋ ਰਹੀ ਹੈ। ਇਹ ਬਬਲਸ ਵੀ ਪੈਦਾ ਹੋ ਰਹੇ ਹਨ ਅਤੇ ਦੂਸਰਾ, ਜੇਕਰ ਤੁਸੀਂ ਇਸ ਪਰਖਨਲੀ ਵਿੱਚ ਹੱਥ ਲਗਾ ਕੇ ਦੇਖੋ ਬਾਹਰੋਂ ਤਾਂ ਤੁਹਾਨੂੰ ਪਰਖਨਲੀ ਗਰਮ ਮਹਿਸੂਸ ਹੋਵੇਗੀ। ਇੱਥੋਂ ਇਹ ਸਿੱਧ ਹੁੰਦਾ ਹੈ ਕਿ ਧਾਤ ਅਤੇ ਤੇਜ਼ਾਬ ਆਪਸ ਵਿੱਚ ਕਿਰਿਆ ਕਰ ਰਹੇ ਹਨ ਅਤੇ ਕਿਉਂਕਿ ਤਾਪ ਊਰਜਾ ਬਾਹਰ ਨਿਕਲ ਰਹੀ ਹੈ, ਇਸ ਲਈ ਇਹ ਤਾਪ ਨਿਕਾਸੀ ਕਿਰਿਆ ਹੈ। ਇਟਸ ਐਨ ਐਗਜ਼ੋਥਰਮਿਕ ਰਿਐਕਸ਼ਨ ਅਤੇ ਇਸ ਕਿਰਿਆ ਦੌਰਾਨ ਜ਼ਿੰਕ ਕਲੋਰਾਈਡ ਨਮਕ ਅਤੇ ਹਾਈਡਰੋਜਨ ਗੈਸ ਪੈਦਾ ਹੁੰਦੇ ਹਨ। ਪਰ ਅਸੀਂ ਇਹ ਕਿਵੇਂ ਸਿੱਧ ਕਰਾਂਗੇ ਕਿ ਇਸ ਕਿਰਿਆ ਦੌਰਾਨ ਹਾਈਡਰੋਜਨ ਗੈਸ ਹੀ ਪੈਦਾ ਹੋ ਰਹੀ ਹੈ? ਇਹ ਪਰਖ ਕਰਨ ਲਈ ਕਿ ਇਸ ਵਿੱਚੋਂ ਹਾਈਡਰੋਜਨ ਗੈਸ ਦੇ ਬੁਲਬੁਲੇ ਨਿਕਲ ਰਹੇ ਹਨ, ਅਸੀਂ ਇੱਕ ਖਾਲੀ ਪਰਖਨਲੀ ਇਸ ਤਰ੍ਹਾਂ ਉਲਟੀ ਕਰਕੇ ਪਹਿਲੀ ਪਰਖਨਲੀ ਦੇ ਉੱਪਰ ਰੱਖ ਦੇਵਾਂਗੇ। ਕਿਉਂਕਿ ਹਾਈਡਰੋਜਨ ਗੈਸ ਦੀ ਡੈਂਸਿਟੀ ਹਵਾ ਨਾਲੋਂ ਘੱਟ ਹੈ, ਇਸ ਲਈ ਆਸਾਨੀ ਦੇ ਨਾਲ ਉੱਪਰ ਵਾਲੀ ਪਰਖਨਲੀ ਵਿੱਚ ਕਾਫੀ ਸਾਰੀ ਹਾਈਡਰੋਜਨ ਗੈਸ ਇਕੱਠੀ ਹੋ ਜਾਵੇਗੀ। ਹੁਣ ਇਹ ਪਰਖਨਲੀ ਜਿਸ ਵਿੱਚ ਅਸੀਂ ਹਾਈਡਰੋਜਨ ਗੈਸ ਇਕੱਠੀ ਕੀਤੀ ਹੈ, ਇਸ ਦੇ ਨੇੜੇ ਬਲਦੀ ਹੋਈ ਤੀਲੀ ਲੈ ਕੇ ਆਵਾਂਗੇ। ਬੱਚਿਓ, ਤੁਹਾਨੂੰ ਇਹ ਪੌਪ ਦੀ ਆਵਾਜ਼ ਸੁਣਾਈ ਦਿੱਤੀ? ਇਸ ਤੋਂ ਸਿੱਧ ਹੁੰਦਾ ਹੈ ਕਿ ਇਸ ਪਰਖਨਲੀ ਵਿੱਚ ਹਾਈਡਰੋਜਨ ਗੈਸ ਹੈ। ਜਦੋਂ ਵੀ ਅਸੀਂ ਬਲਦੀ ਹੋਈ ਮਾਚਿਸ ਦੀ ਤੀਲੀ ਹਾਈਡਰੋਜਨ ਗੈਸ ਦੇ ਨੇੜੇ ਲੈ ਕੇ ਆਉਂਦੇ ਹਾਂ ਤਾਂ ਪੌਪ ਦੀ ਆਵਾਜ਼ ਸੁਣਾਈ ਦਿੰਦੀ ਹੈ। ਸੋ ਇਹ ਸਿੱਧ ਹੋ ਗਿਆ ਕਿ ਇਸ ਕਿਰਿਆ ਦੇ ਦੌਰਾਨ ਹਾਈਡਰੋਜਨ ਗੈਸ ਪੈਦਾ ਹੋ ਰਹੀ ਹੈ। ਆਓ ਹੁਣ ਤੁਹਾਡੀ ਕਿਤਾਬ ਦੇ ਵਿੱਚ ਇਸ ਕਿਰਿਆ ਦਾ ਚਿੱਤਰ ਦਿੱਤਾ ਗਿਆ ਹੈ, ਉਸ 'ਤੇ ਵੀ ਝਾਤ ਮਾਰ ਲਈਏ ਕਿਉਂਕਿ ਇਸ ਦੀ ਲੇਬਲਿੰਗ ਵੀ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੀ ਹੈ। ਇਸ ਚਿੱਤਰ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ, ਇੱਕ ਕੋਨਿਕਲ ਫਲਾਸਕ ਲਈ ਗਈ ਹੈ ਜਿਸ ਵਿੱਚ ਜ਼ਿੰਕ ਦੇ ਕੁਝ ਟੁਕੜੇ ਪਾਏ ਗਏ ਹਨ। ਇਸ ਕੋਨਿਕਲ ਫਲਾਸਕ ਨੂੰ ਇੱਕ ਕੋਰਕ ਦੇ ਨਾਲ ਢੱਕਿਆ ਗਿਆ ਹੈ ਜਿਸ ਵਿੱਚ ਇੱਕ ਕੱਚ ਦੀ ਨਲੀ ਹੈ। ਇਸ ਕੱਚ ਦੀ ਨਲੀ ਰਾਹੀਂ ਜਦੋਂ ਅਸੀਂ ਹਾਈਡਰੋਕਲੋਰਿਕ ਐਸਿਡ ਵਿੱਚ ਪਾਉਂਦੇ ਹਾਂ ਤਾਂ ਇਹ ਕਿਰਿਆ ਸ਼ੁਰੂ ਹੋ ਜਾਂਦੀ ਹੈ ਅਤੇ ਹਾਈਡਰੋਜਨ ਗੈਸ ਪੈਦਾ ਹੁੰਦੀ ਹੈ। ਇਹ ਇਸ ਕਿਰਿਆ ਦੀ ਰਸਾਇਣਿਕ ਸਮੀਕਰਨ ਹੈ ਜਿਸ ਵਿੱਚ ਜ਼ਿੰਕ ਅਤੇ ਹਾਈਡਰੋਕਲੋਰਿਕ ਐਸਿਡ ਅਭਿਕਾਰਕ ਹਨ। ਜ਼ਿੰਕ ਇੱਕ ਧਾਤ ਹੈ ਜਿਸ ਦਾ ਸੰਕੇਤ Zn ਹੈ ਅਤੇ ਹਾਈਡਰੋਕਲੋਰਿਕ ਐਸਿਡ ਇੱਕ ਤੇਜ਼ਾਬ ਹੈ ਜਿਸ ਦਾ ਸੰਕੇਤ HCl ਹੈ। ਇਹ ਦੋਵੇਂ ਆਪਸ ਵਿੱਚ ਕਿਰਿਆ ਕਰਕੇ ਜ਼ਿੰਕ ਕਲੋਰਾਈਡ ਅਤੇ ਹਾਈਡਰੋਜਨ ਪੈਦਾ ਕਰਦੇ ਹਨ। ਜ਼ਿੰਕ ਕਲੋਰਾਈਡ ਨਮਕ ਹੈ ਜਿਸ ਦਾ ਸੰਕੇਤ ZnCl2 ਹੈ ਅਤੇ ਹਾਈਡਰੋਜਨ ਗੈਸ ਦਾ ਸੰਕੇਤ H2 ਹੈ। ਇਹ ਇੱਕ ਵਿਸਥਾਪਨ ਕਿਰਿਆ ਹੈ ਕਿਉਂਕਿ ਇਸ ਕਿਰਿਆ ਵਿੱਚ ਜ਼ਿੰਕ ਹਾਈਡਰੋਜਨ ਨੂੰ ਵਿਸਥਾਪਿਤ ਕਰ ਲੈਂਦੀ ਹੈ ਅਤੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ, ਇਹ ਇੱਕ ਤਾਪ ਨਿਕਾਸੀ ਕਿਰਿਆ ਵੀ ਹੈ ਕਿਉਂਕਿ ਇਸ ਵਿੱਚ ਤਾਪ ਊਰਜਾ ਪੈਦਾ ਹੋ ਰਹੀ ਹੈ। ਆਓ ਇਸ ਕਿਰਿਆ 'ਤੇ ਆਧਾਰਿਤ ਹੁਣ ਕੁਝ ਇੰਪੋਰਟੈਂਟ ਕੁਐਸਚਨਸ 'ਤੇ ਅਸੀਂ ਝਾਤ ਮਾਰਦੇ ਹਾਂ ਅਤੇ ਤੁਹਾਡੀ ਰਿਵੀਜ਼ਨ ਵੀ ਹੋ ਜਾਵੇਗੀ। ਸੋ ਬੇਟਾ ਦੱਸੋ, ਵਿਚ ਗੈਸ ਇਜ਼ ਰਿਲੀਜ਼ ਡਿਊਰਿੰਗ ਦਿਸ ਰਿਐਕਸ਼ਨ? ਇਸ ਕਿਰਿਆ ਦੌਰਾਨ ਕਿਹੜੀ ਗੈਸ ਨਿਕਲੇਗੀ? ਬਹੁਤ ਹੀ ਆਸਾਨ ਹੈ। ਹਾਂਜੀ, ਬਿਲਕੁਲ ਸਹੀ। ਇਸ ਦਾ ਉੱਤਰ ਹੈ ਹਾਈਡਰੋਜਨ ਗੈਸ ਜਿਸ ਦਾ ਸੰਕੇਤ H2 ਹੈ। ਨੈਕਸਟ ਕੁਐਸਚਨ ਹੈ, ਹਾਊ ਵਿਲ ਯੂ ਟੈਸਟ ਦ ਪ੍ਰੈਜ਼ੈਂਸ ਆਫ ਹਾਈਡਰੋਜਨ ਗੈਸ? ਹਾਈਡਰੋਜਨ ਗੈਸ ਦੀ ਪਰਖ ਲਈ ਤੁਸੀਂ ਕੀ ਕਰੋਗੇ? ਜੀ ਹਾਂ, ਇਸ ਦਾ ਉੱਤਰ ਹੈ ਬ੍ਰਿੰਗ ਅ ਬਰਨਿੰਗ ਮੈਚਸਟਿਕ ਨੀਅਰ ਦ ਗੈਸ, ਇਟ ਵਿਲ ਬਰਨ ਵਿਦ ਪੌਪ ਸਾਊਂਡ। ਯਾਨੀ ਜਦੋਂ ਅਸੀਂ ਬਲਦੀ ਹੋਈ ਤੀਲੀ
ਹਾਈਡਰੋਜਨ ਗੈਸ ਵਾਲੀ ਪਰਖ ਨਲੀ ਦੇ ਨੇੜੇ ਲਿਆਵਾਂਗੇ ਤਾਂ ਉਹ ਪੌਪ ਦੀ ਆਵਾਜ਼ ਨਾਲ ਬਲੇਗੀ। ਤੁਹਾਨੂੰ ਇਸ ਤਰ੍ਹਾਂ ਦਾ ਕੁਐਸਚਨ ਵੀ ਆ ਸਕਦਾ ਹੈ ਕਿ ਵਿਚ ਪ੍ਰੀਕਾਸ਼ਨ ਸ਼ੁੱਡ ਬੀ ਟੇਕਨ ਡਿਊਰਿੰਗ ਦਿਸ ਰਿਐਕਸ਼ਨ, ਮਤਲਬ ਤੁਹਾਨੂੰ ਇਸ ਕਿਰਿਆ ਕਰਨ ਵੇਲੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਦ ਆਨਸਰ ਇਜ਼ ਵੈਰੀ ਸਿੰਪਲ। ਫਰਸਟ ਇਜ਼ ਹੈਂਡਲ ਐਸਿਡ ਵਿਦ ਕੇਅਰ, ਮਤਲਬ ਤੁਹਾਨੂੰ ਤੇਜ਼ਾਬ ਨੂੰ ਬੜੀ ਸਾਵਧਾਨੀ ਨਾਲ ਵਰਤਣਾ ਚਾਹੀਦਾ ਹੈ। ਦੂਸਰਾ, ਬ੍ਰਿੰਗ ਮੈਚਸਟਿਕ ਨੀਅਰ ਹਾਈਡਰੋਜਨ ਗੈਸ ਵਿਦ ਕੇਅਰ, ਬਲਦੀ ਹੋਈ ਤੀਲੀ ਜਦੋਂ ਅਸੀਂ ਹਾਈਡਰੋਜਨ ਗੈਸ ਦੇ ਨੇੜੇ ਲੈ ਕੇ ਆਣੀ ਹੈ ਤੇ ਬੜੀ ਸਾਵਧਾਨੀ ਦੇ ਨਾਲ ਇਸ ਨੂੰ ਨੇੜੇ ਲੈ ਕੇ ਆਉਣਾ ਹੈ, ਕਿਉਂਕਿ ਜ਼ਿਆਦਾ ਹਾਈਡਰੋਜਨ ਹੋਣ ਤੇ ਧਮਾਕਾ ਵੀ ਹੋ ਸਕਦਾ ਹੈ। ਪ੍ਰਸ਼ਨ ਇਸ ਤਰ੍ਹਾਂ ਵੀ ਆ ਸਕਦਾ ਹੈ ਕਿ ਕੀ ਫਲਾਸਕ ਦੇ ਤਾਪਮਾਨ ਵਿੱਚ ਕੋਈ ਤਬਦੀਲੀ ਆਉਂਦੀ ਹੈ? ਡਜ਼ ਐਨੀ ਟੈਂਪਰੇਚਰ ਚੇਂਜ ਅਕਰਸ ਡਿਊਰਿੰਗ ਦਿਸ ਰਿਐਕਸ਼ਨ? ਇਸ ਪ੍ਰਸ਼ਨ ਦਾ ਉੱਤਰ ਹੋਵੇਗਾ ਜੀ ਹਾਂ, ਫਲਾਸਕ ਦਾ ਤਾਪਮਾਨ ਵੱਧ ਜਾਂਦਾ ਹੈ, ਇਸ ਲਈ ਇਹ ਤਾਪ ਨਿਕਾਸੀ ਕਿਰਿਆ ਹੈ, ਕਿਉਂਕਿ ਇਸ ਕਿਰਿਆ ਵਿੱਚ ਊਰਜਾ ਤਾਪ ਦੇ ਰੂਪ ਵਿੱਚ ਬਾਹਰ ਨਿਕਲਦੀ ਹੈ। ਇਹ ਤਾਂ ਕੁਝ ਪ੍ਰਸ਼ਨ ਸੀ ਜੋ ਜ਼ਿੰਕ ਔਰ ਹਾਈਡਰੋਕਲੋਰਿਕ ਐਸਿਡ ਦੀ ਆਪਸੀ ਕਿਰਿਆ ਦੇ ਉੱਪਰ ਆਧਾਰਿਤ ਸਨ। ਆਓ ਹੁਣ ਅਸੀਂ ਕੁਝ ਹੋਰ ਧਾਤਾਂ ਦੀ ਗੱਲ ਕਰਦੇ ਹਾਂ ਕਿ ਉਹ ਤੇਜ਼ਾਬ ਨਾਲ ਕਿਰਿਆ ਕਿਵੇਂ ਕਰਦੀਆਂ ਹਨ। ਉਂਝ ਤਾਂ ਸਾਰੀਆਂ ਧਾਤਾਂ ਤੇਜ਼ਾਬ ਨਾਲ ਕਿਰਿਆ ਕਰਕੇ ਨਮਕ ਅਤੇ ਹਾਈਡਰੋਜਨ ਗੈਸ ਪੈਦਾ ਕਰਦੀਆਂ ਹਨ, ਪਰ ਕਿਰਿਆ ਦੀ ਦਰ ਉਹਨਾਂ ਦੀ ਰਿਐਕਟਿਵਿਟੀ ਯਾਨੀ ਕਿਰਿਆਸ਼ੀਲਤਾ 'ਤੇ ਨਿਰਭਰ ਕਰਦੀ ਹੈ। ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਬਹੁਤ ਤੇਜ਼ ਕਿਰਿਆ ਯਾਨੀ ਵੈਰੀ ਰੈਪਿਡ ਰਿਐਕਸ਼ਨ ਬਾਰੇ। ਪੋਟਾਸ਼ੀਅਮ ਅਤੇ ਸੋਡੀਅਮ ਦੋ ਅਜਿਹੀਆਂ ਧਾਤਾਂ ਹਨ ਜਿਹੜੀਆਂ ਤੇਜ਼ਾਬ ਦੇ ਨਾਲ ਬਹੁਤ ਤੇਜ਼ੀ ਨਾਲ ਕਿਰਿਆ ਕਰਦੀਆਂ ਹਨ। ਜਿਵੇਂ ਕਿ ਇਸ ਰਸਾਇਣਿਕ ਸਮੀਕਰਨ ਵਿੱਚ ਦਿਖਾਇਆ ਗਿਆ ਹੈ ਕਿ ਸੋਡੀਅਮ ਜਦੋਂ ਹਾਈਡਰੋਕਲੋਰਿਕ ਐਸਿਡ ਦੇ ਨਾਲ ਕਿਰਿਆ ਕਰਦੀ ਹੈ ਤਾਂ ਸੋਡੀਅਮ ਕਲੋਰਾਈਡ ਨਮਕ ਅਤੇ ਹਾਈਡਰੋਜਨ ਗੈਸ ਪੈਦਾ ਹੁੰਦੇ ਹਨ। ਇਹ ਕਿਰਿਆ ਇੰਨੀ ਤੇਜ਼ ਹੁੰਦੀ ਹੈ ਕਿ ਇਸ ਕਿਰਿਆ ਦੇ ਦੌਰਾਨ ਧਮਾਕਾ ਹੋ ਜਾਂਦਾ ਹੈ। ਅੱਗੇ ਆਪਾਂ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੀਆਂ ਧਾਤਾਂ ਦੀ ਗੱਲ ਕਰਦੇ ਹਾਂ, ਜੋ ਕਿ ਸੋਡੀਅਮ ਪੋਟਾਸ਼ੀਅਮ ਵਾਂਗ ਬਹੁਤ ਤੇਜ਼ ਤਾਂ ਨਹੀਂ, ਪਰ ਫਿਰ ਵੀ ਤੇਜ਼ੀ ਦੇ ਨਾਲ ਤੇਜ਼ਾਬ ਦੇ ਨਾਲ ਕਿਰਿਆ ਕਰਦੀਆਂ ਹਨ। ਜਿਵੇਂ ਕਿ ਇਸ ਕੈਮੀਕਲ ਇਕੁਏਸ਼ਨ ਵਿੱਚ ਦਿਖਾਇਆ ਹੈ ਕਿ ਮੈਗਨੀਸ਼ੀਅਮ ਔਰ ਸਲਫਿਊਰਿਕ ਤੇਜ਼ਾਬ ਜਦੋਂ ਆਪਸ ਵਿੱਚ ਕਿਰਿਆ ਕਰਦੇ ਹਾਂ ਤੇ ਮੈਗਨੀਸ਼ੀਅਮ ਸਲਫੇਟ ਨਮਕ ਅਤੇ ਹਾਈਡਰੋਜਨ ਗੈਸ ਪੈਦਾ ਹੁੰਦੀ ਹੈ। ਕਿਰਿਆਸ਼ੀਲਤਾ ਲੜੀ ਦੇ ਵਿੱਚ ਅਗਲੀਆਂ ਧਾਤਾਂ ਹਨ ਐਲੂਮੀਨੀਅਮ, ਜ਼ਿੰਕ ਅਤੇ ਆਇਰਨ। ਜ਼ਿੰਕ ਦੀ ਹਾਈਡਰੋਕਲੋਰਿਕ ਐਸਿਡ ਦੇ ਨਾਲ ਕਿਰਿਆ ਤਾਂ ਆਪਾਂ ਦੇਖ ਹੀ ਚੁੱਕੇ ਹਾਂ, ਸੋ ਇਹ ਕਿਰਿਆਵਾਂ ਹੌਲੀ ਕਿਰਿਆ ਦੇ ਵਿੱਚ ਆਉਂਦੀਆਂ ਹਨ। ਉਦਾਹਰਨ ਲਈ ਜਦੋਂ ਅਸੀਂ ਆਇਰਨ ਨੂੰ ਹਾਈਡਰੋਕਲੋਰਿਕ ਐਸਿਡ ਨਾਲ ਮਿਲਾਉਂਦੇ ਹਾਂ ਤਾਂ ਫੈਰਸ ਕਲੋਰਾਈਡ ਨਮਕ ਪੈਦਾ ਹੁੰਦਾ ਹੈ, ਜਿਸ ਦਾ ਸੰਕੇਤ FeCl2 ਹੈ ਅਤੇ ਨਾਲ ਹਾਈਡਰੋਜਨ ਗੈਸ ਪੈਦਾ ਹੋਵੇਗੀ। ਸਭ ਨੂੰ ਹਾਈਡਰੋਜਨ ਗੈਸ ਦੀ ਪਹਿਚਾਣ ਤਾਂ ਯਾਦ ਹੈ ਨਾ? ਜੀ ਹਾਂ, ਹਾਈਡਰੋਜਨ ਗੈਸ ਦੇ ਲਾਗੇ ਬਲਦੀ ਹੋਈ ਤੀਲੀ ਲੈ ਕੇ ਆਈਏ ਤਾਂ ਪੌਪ ਦੀ ਆਵਾਜ਼ ਆਉਂਦੀ ਹੈ। ਕਿਰਿਆਸ਼ੀਲਤਾ ਲੜੀ ਦੇ ਵਿੱਚ ਸਭ ਤੋਂ ਨੀਚੇ ਆਉਣ ਵਾਲੀਆਂ ਧਾਤਾਂ ਹਨ ਸਿਲਵਰ ਅਤੇ ਗੋਲਡ। ਇਹ ਤੇਜ਼ਾਬ ਦੇ ਨਾਲ ਕਿਰਿਆ ਹੀ ਨਹੀਂ ਕਰਦੀਆਂ। ਜੇਕਰ ਅਸੀਂ ਪੂਰੀ ਰਿਐਕਟਿਵਿਟੀ ਸੀਰੀਜ਼ ਜਾਂ ਕਿਰਿਆਸ਼ੀਲਤਾ ਲੜੀ ਨੂੰ ਦੇਖੀਏ ਤਾਂ ਸਭ ਤੋਂ ਉੱਪਰ ਆਉਣ ਵਾਲੀਆਂ ਧਾਤਾਂ ਪੋਟਾਸ਼ੀਅਮ ਤੇ ਸੋਡੀਅਮ ਸਭ ਤੋਂ ਜ਼ਿਆਦਾ ਰਿਐਕਟਿਵ ਹਨ। ਇਹਨਾਂ ਦੀ ਰਿਐਕਸ਼ਨ ਬਹੁਤ ਵਾਇਲੈਂਟ ਹੁੰਦਾ ਹੈ। ਫਿਰ ਆਉਂਦੇ ਹਨ ਕੈਲਸ਼ੀਅਮ, ਮੈਗਨੀਸ਼ੀਅਮ, ਜਿਨ੍ਹਾਂ ਦੀ ਰੈਪਿਡ ਬਬਲਿੰਗ ਦਿਖਾਈ ਦਿੰਦੀ ਹੈ ਜਦੋਂ ਧਾਤ ਨੂੰ ਹਾਈਡਰੋਕਲੋਰਿਕ ਐਸਿਡ ਜਾਂ ਸਲਫਿਊਰਿਕ ਐਸਿਡ ਵਿੱਚ ਜਾਂ ਕਿਸੇ ਵੀ ਤੇਜ਼ਾਬ ਵਿੱਚ ਪਾਇਆ ਜਾਂਦਾ ਹੈ ਤਾਂ ਰੈਪਿਡ ਬਬਲਿੰਗ ਦਿਖਾਈ ਦਿੰਦੀ ਹੈ। ਫਿਰ ਹੌਲੀ ਹੌਲੀ ਜਿਉਂ-ਜਿਉਂ ਅਸੀਂ ਰਿਐਕਟਿਵਿਟੀ ਸੀਰੀਜ਼ ਵਿੱਚ ਨੀਚੇ ਜਾਈ ਜਾਂਦੇ ਹਾਂ ਤੇ ਰਿਐਕਸ਼ਨ ਜਿਹੜੀ ਹੈ ਉਹਦੀ ਸਪੀਡ ਘਟਦੀ ਜਾਂਦੀ ਹੈ ਤੇ ਐਂਡ ਵਿੱਚ ਆਉਣ ਵਾਲੀਆਂ ਧਾਤਾਂ ਜਿਵੇਂ ਸਿਲਵਰ, ਗੋਲਡ ਤੇ ਪਲੈਟੀਨਮ ਇਹ ਕੋਈ ਰਿਐਕਸ਼ਨ ਹੀ ਸ਼ੋ ਨਹੀਂ ਕਰਦੀਆਂ, ਕਿਉਂਕਿ ਇਹ ਲੀਸਟ ਰਿਐਕਟਿਵ ਨੇ, ਸਭ ਤੋਂ ਘੱਟ ਕਿਰਿਆਸ਼ੀਲ ਨੇ। ਆਓ ਵੱਖ-ਵੱਖ ਧਾਤਾਂ ਦੀ ਵੱਖ-ਵੱਖ ਐਸਿਡਸ ਦੇ ਨਾਲ ਕਿਰਿਆ ਉੱਪਰ ਆਧਾਰਿਤ ਕੁਝ ਪ੍ਰਸ਼ਨਾਂ ਬਾਰੇ ਜਾਣਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਜੋ ਕਿ ਅਕਸਰ ਹੀ ਤੁਹਾਨੂੰ ਪੁੱਛਿਆ ਜਾਂਦਾ ਹੈ ਪੇਪਰਾਂ ਵਿੱਚ ਵੀ ਤੇ ਆਮ ਜ਼ਿੰਦਗੀ ਵਿੱਚ ਵੀ, ਕਿ ਅਚਾਰ, ਦਹੀਂ ਜਾਂ ਖੱਟੀਆਂ ਚੀਜ਼ਾਂ ਨੂੰ ਧਾਤ ਦੇ ਬਣੇ ਬਰਤਨਾਂ ਵਿੱਚ ਕਿਉਂ ਨਹੀਂ ਰੱਖਣਾ ਚਾਹੀਦਾ। ਇਸ ਦਾ ਉੱਤਰ ਤੁਸੀਂ ਜਾਣ ਹੀ ਗਏ ਹੋਵੋਗੇ ਕਿ ਅਚਾਰ ਜਾਂ ਹੋਰ ਖੱਟੀਆਂ ਚੀਜ਼ਾਂ ਵਿੱਚ ਤੇਜ਼ਾਬ ਹੁੰਦਾ ਹੈ ਜੋ ਕਿ ਧਾਤਾਂ ਦੇ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰਦਾ ਹੈ ਅਤੇ ਜ਼ਹਿਰੀਲੇ ਪਦਾਰਥ ਪੈਦਾ ਕਰਦਾ ਹੈ ਜੋ ਕਿ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦੇ ਹਨ। ਤੁਹਾਡੇ ਲਈ ਅਗਲਾ ਪ੍ਰਸ਼ਨ ਹੈ ਵਿਚ ਮੈਟਲਸ ਡੂ ਨਾਟ ਰਿਐਕਟ ਵਿਦ ਐਸਿਡਸ, ਕਿਹੜੀਆਂ ਧਾਤਾਂ ਤੇਜ਼ਾਬਾਂ ਦੇ ਨਾਲ ਕਿਰਿਆ ਨਹੀਂ ਕਰਦੀਆਂ? ਬਿਲਕੁਲ ਸਹੀ ਜਵਾਬ ਗੋਲਡ ਐਂਡ ਸਿਲਵਰ, ਚਾਂਦੀ ਅਤੇ ਸੋਨਾ, ਕਿਉਂਕਿ ਇਹ ਕਿਰਿਆਸ਼ੀਲਤਾ ਲੜੀ ਦੇ ਵਿੱਚ ਸਭ ਤੋਂ ਨੀਚੇ ਆਉਂਦੇ ਹਨ, ਇਹ ਸਭ ਤੋਂ ਘੱਟ ਕਿਰਿਆਸ਼ੀਲ ਹਨ। ਇੱਕ ਹੋਰ ਪ੍ਰਸ਼ਨ ਵਿਚ ਮੈਟਲਸ ਰਿਐਕਟ ਐਕਸਪਲੋਸਿਵਲੀ ਵਿਦ ਐਸਿਡਸ, ਕਿਹੜੀਆਂ ਧਾਤਾਂ ਤੇਜ਼ਾਬਾਂ ਦੇ ਨਾਲ ਕਿਰਿਆ ਕਰਕੇ ਧਮਾਕਾ ਕਰਦੀਆਂ ਹਨ? ਇਸ ਦਾ ਉੱਤਰ ਵੀ ਤੁਸੀਂ ਜਾਣਦੇ ਹੀ ਹੋ, ਪੋਟਾਸ਼ੀਅਮ ਐਂਡ ਸੋਡੀਅਮ, ਕਿਉਂਕਿ ਇਹ ਸਭ ਤੋਂ ਵੱਧ ਕਿਰਿਆਸ਼ੀਲ ਧਾਤਾਂ ਹਨ। ਮੈਨੂੰ ਪੂਰੀ ਉਮੀਦ ਹੈ ਬੱਚਿਓ ਕਿ ਜੋ ਪ੍ਰਸ਼ਨ ਅਸੀਂ ਇਸ ਟੌਪਿਕ ਦੀ ਸ਼ੁਰੂਆਤ ਵਿੱਚ ਪੁੱਛਿਆ ਸੀ ਕਿ ਵਾਟ ਹੈਪਨਸ ਵੈਨ ਅ ਮੈਟਲ ਰਿਐਕਟਸ ਵਿਦ ਐਸਿਡ,
ਉਸ ਦੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਅਤੇ ਇਸ ਟੌਪਿਕ ਨਾਲ ਸੰਬੰਧਿਤ ਹੋਰ ਪ੍ਰਸ਼ਨਾਂ ਦੇ ਵੀ ਉੱਤਰ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਯਾਦ ਹੋ ਗਏ ਹੋਣਗੇ। ਅੰਤ ਵਿੱਚ ਹੋਮਵਰਕ ਦੇ ਤੌਰ ਤੇ ਤੁਹਾਡੇ ਲਈ ਇੱਕ ਹੋਰ ਪ੍ਰਸ਼ਨ ਜੋ ਕਿ ਬਹੁਤ ਇੰਪੋਰਟੈਂਟ ਹੈ, ਕੰਪਲੀਟ ਥੀਸ ਰਿਐਕਸ਼ਨਸ, ਇਹਨਾਂ ਰਸਾਇਣਿਕ ਸਮੀਕਰਨਾਂ ਨੂੰ ਪੂਰਾ ਕਰੋ। ਇਹ ਸਾਰੀਆਂ ਰਸਾਇਣਿਕ ਸਮੀਕਰਨਾਂ ਧਾਤਾਂ ਅਤੇ ਤੇਜ਼ਾਬਾਂ ਦੀ ਕਿਰਿਆ ਦੇ ਉੱਪਰ ਹੀ ਆਧਾਰਿਤ ਹਨ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਆਸਾਨੀ ਨਾਲ ਇਹਨਾਂ ਕਿਰਿਆਵਾਂ ਨੂੰ ਹੱਲ ਕਰ ਲਵੋਗੇ। ਧੰਨਵਾਦ।